आप लिहोत। सतनाम श्री वाहिगुरु साहिब जीओ दोहरा। जग नौवें पातशाह गुरु गए बैकुंठ मझार। गुर दिता बृद्ध वंश को सर्व प्रकार निहार। वाहिगुरु जी का खालसा वाहिगुरु जी की फतेह। गुरु महाराज की साजी नवाजी हुई गुरु खालसा साध संगत जी, आप जी ने सरवण किया है सतगुरु तेग बहादुर साहब जी महाराज का सीस लैके भाई जैता जी श्री आनंदपुर साहब आए और सतगुरु साहब जी नूं अपना प्यार अपने शरधा के फुल भेटा कीते और गुरु साहब जी के शरीर का सीस का संस्कार श्री आनंदपुर साहब विखे होया ते शरीर का दिल्ली रकाबगंज भाई लखी शाह वणजारे ने तुहाडा संस्कार किया। और गुरु साहब जी महाराज ने कलगीधर पातशाह ने अपने गुरुदेव पिता जी के निमित्त बहुत वड्डा लंगर जग किया है। संगतां आईयां हन, साधु संत महात्मा सब संप्रदावां दे लोग, हिंदू मुसलमान गरीब अमीर सब ने हाज़री भरी है। इस तो अगली कथा प्रेम नाल सरवण करिए। धन गुरु गोबिंद सिंह जी कलगीधर पातशाह के चरणों च सुरती जोड़ के आखिए सतनाम वाहे गुरु साहिब जी। सतनाम श्री वाहे गुरु साहिब जी दोहरा। जब नौवें पातशाह गुर गए बैकुंठ मझार। जदों नौवें पातशाह श्री गुरु तेग बहादुर साहब जी बैकुंठ धाम नूं चले गए, शहादत प्राप्त कर गए। गुर दिता बृद्ध वंश को सर्व प्रकार निहार। बाबे बुढ़े दी 6वीं पीढ़ी विच भाई गुरदित्ता जी ये सारा कुछ देखते रहे। नेड़े रह के दिल्ली दे विच उन्हां ने सतगुरु सच्चे पातशाह जी महाराज दे सारे कौतुक वेखे हन। चौबई तज दिल्ली तत छिन चल गयो। महाराज की शहादत तो बाद दिल्ली छड्ड के अगे चले गए। पंचकोश पर प्राप्त भयो। दिल्ली तो 5 कोह दूरी ते बाबे बुढ़े जी का स्थान है, उत्थे चले गए। अपन बड़े को पुख्यो स्थाना। ਇਹ ਉਹ ਸਥਾਨ ਹੈ ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਫੌਜਾਂ ਦੇ ਕੇ ਭੇਜਿਆ ਸੀ ਵੀ ਉੱਥੇ ਬਹਿ ਕੇ ਫੌਜਾਂ ਦੀ ਸੇਵਾ, ਘੋੜਿਆਂ ਦੀ ਸੇਵਾ ਹੋ ਸਕੇਗੀ। ਖੁੱਲ੍ਹਾ ਘਾਹ ਪੱਠਾ ਸੀ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਅਸੀਂ ਉਸ ਸਥਾਨ ਦੇ ਦਰਸ਼ਨ ਕੀਤੇ, ਪਰ ਭਾਈ ਵੀਰ ਸਿੰਘ ਜੀ ਦੇ ਸਮੇਂ ਤੱਕ ਉਹ ਸਥਾਨ ਅਲੋਪ ਹੋ ਗਿਆ। ਸੋ ਹੁਣ ਉਸ ਸਥਾਨ ਦਾ ਪਤਾ ਨਹੀਂ ਉਹ ਕਿੱਥੇ ਹੈ, ਪਰ ਦਿੱਲੀ ਤੋਂ 5 ਕੋਹ ਦੀ ਵਾਟ ਤੇ ਇਹ ਦੱਸਿਆ ਜਾਂਦਾ ਜਿੱਥੇ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ, ਬਾਬਾ ਬੁੱਢਾ ਸਾਹਿਬ ਜੀ ਦੀਆਂ ਫੌਜਾਂ ਰਹੀਆਂ ਸਨ। ਉੱਥੇ ਭਾਈ ਗੁਰਦਿੱਤਾ ਜੀ ਚਲੇ ਗਏ। ਕਿਤਕ ਕਾਲ ਬ੍ਰਿਧ ਰਹਿਓ ਸੁਜਾਨਾ। ਕੁਝ ਸਮਾਂ ਬਾਬਾ ਬੁੱਢਾ ਸਾਹਿਬ ਜੀ ਉੱਥੇ ਰਹੇ ਸਨ। ਪੌੜਿਓ ਤਹਾਂ ਕੁਸ਼ਾਸਨ ਕਰਕੇ। ਭਾਈ ਗੁਰਦਿੱਤਾ ਜੀ ਉੱਥੇ ਜਾ ਕੇ ਕੁਸ਼ਾ ਵਿਛਾ ਕੇ ਧਰਤੀ ਤੇ ਲੰਮੇ ਪੈ ਗਏ। ਸ੍ਰੀ ਸਤਿਗੁਰ ਮੂਰਤ ਉਰ ਧਰ ਕੇ। ਮਨ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਬਿਰਾਜ ਗਏ। ਦਸਮੋਂ ਦਵਾਰ ਪੌਣ ਕੋ ਘੋਰਾ। ਔਰ ਆਪਣੇ ਸਵਾਸ 10ਵੇਂ ਦਵਾਰ ਚੜਾ ਕੇ ਬ੍ਰਹਮ ਰੰਧਰ ਨੂੰ ਫੋੜ ਲਿਆ। ਤ੍ਰਿਣ ਸਮ ਨਿਜ ਸ਼ਰੀਰ ਕੋ ਛੋਰਾ। ਔਰ 10ਵੇਂ ਦਵਾਰ ਥਾਣੀ ਸਵਾਸਾਂ ਦੀ ਉਡਾਰੀ ਲੈ ਕੇ 5 ਭੂਤ ਕਚੋਲਾ ਤਿਆਗ ਦਿੱਤਾ। ਹੀਰ ਨਰਨ ਤਿਹ ਠਾਂ ਸੰਸਕਾਰਾ। ਉੱਥੋਂ ਦੇ ਗੁਰਸਿੱਖਾਂ ਨੇ ਲੋਕਾਂ ਨੇ ਬਾਬੇ ਗੁਰਦਿੱਤੇ ਜੀ ਦਾ, ਭਾਈ ਗੁਰਦਿੱਤੇ ਜੀ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ। ਆਵਲੋਚਨ ਤੁਥਾਨ ਨਿਹਾਰਾ। ਕਵੀ ਜੀ ਕਹਿੰਦੇ ਹੁਣ ਤੱਕ ਉਹ ਜਗ੍ਹਾ ਚਿੰਨਤ ਹੈ, ਭਾਵ ਅਸੀਂ ਦੇਖੀ ਹੈ। ਤਿਸ ਗੁਰਦਿੱਤੇ ਕੋ ਸੁਤ ਪਾਛੇ। ਉਸ ਗੁਰਦਿੱਤੇ ਦਾ ਜੋ ਪੁੱਤਰ ਸੀ ਰਾਮ ਕੋਇਰ ਬ੍ਰਹਮ ਗਿਆਨੀ ਆਛੇ। ਉਹ ਸੀ ਬਾਬਾ ਰਾਮ ਕੋਇਰ ਜੀ ਬ੍ਰਹਮ ਗਿਆਨੀ। ਭਾਈ ਸਾਹਿਬ ਭਾਈ ਰਾਮ ਕੋਇਰ ਜੀ ਜਿਨ੍ਹਾਂ ਨੂੰ ਤੁਰੀਆ ਪਦ ਦੀ ਪ੍ਰਾਪਤੀ ਹੋਈ ਹੈ, ਹਮੇਸ਼ਾ ਹੀ ਚੌਥੇ ਪਦ ਵਿੱਚ ਰਹਿੰਦੇ ਸਨ। ਰਾਮਦਾਸ ਕੇ ਗ੍ਰਾਮ ਆਵਾਸ। ਔਰ ਇਹ ਰਹਿੰਦੇ ਸਨ ਪਿੰਡ ਰਮਦਾਸ ਵਿੱਚ। ਇਹ ਸਾਧ ਸੰਗਤ ਜੀ ਗੁਰਦਾਸਪੁਰ ਵੱਲ ਡੇਰਾ ਬਾਬਾ ਨਾਨਕ ਵੱਲ ਵਾਕਿਆ ਹੈ ਨਗਰ ਰਮਦਾਸ। ਇਹਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਤੇ ਬਾਬਾ ਬੁੱਢਾ ਜੀ ਨਗਰ ਦਾ ਨਾਂ ਰੱਖਣ ਵਾਸਤੇ ਗੁਰੂ ਸਾਹਿਬ ਨੂੰ ਲੈ ਕੇ ਆਏ ਤੇ ਉਧਰੋਂ ਆਪਣੇ ਪੜਪੋਤਰੇ ਭਾਈ ਝੰਡੇ ਦਾ ਵੀ ਜਨਮ ਹੋਇਆ ਸੀ ਤੇ ਉਹਨੂੰ ਵੀ ਗੁਰੂ ਰਾਮਦਾਸ ਸਾਹਿਬ ਦੀ ਗੋਦੀ 'ਚ ਪਾਇਆ।
ਮਹਾਰਾਜ ਬੱਚੇ ਦਾ ਵੀ ਨਾਂ ਰੱਖੋ ਤੇ ਪਿੰਡ ਦਾ ਨਾਂ ਤੁਹਾਡੇ ਨਾਂ ਤੇ ਰੱਖਣਾ। ਮਹਾਰਾਜ ਨੇ ਬਚਨ ਕਰਤਾ ਵੀ ਸਾਡੇ ਨਾਂ ਤੇ ਤਾਂ ਸ੍ਰੀ ਅੰਮ੍ਰਿਤਸਰ ਰਾਮਦਾਸਪੁਰ ਪਹਿਲਾਂ ਹੀ ਵਸਿਆ ਹੈ, ਇਹਨੂੰ ਝੰਡੇ ਰਾਮਦਾਸ ਕੇ ਕਰ ਦਿੰਦੇ ਹਾਂ। ਨਾਲ ਹੀ ਝੰਡੇ ਦਾ ਨਾਮ ਰੱਖ ਦਿੱਤਾ, ਨਾਲੇ ਨਗਰ ਦਾ ਨਾਮ ਰੱਖ ਦਿੱਤਾ। ਉਸ ਨਗਰ ਰਾਮਦਾਸ ਦੇ ਵਿੱਚ ਭਾਈ ਰਾਮ ਕੋਇਰ ਜੀ ਰਹਿੰਦੇ ਹਨ। ਨਿਜ ਸਿੱਖ ਕਰੇ ਸਕੀਲਨ ਪਾਸ। ਉਹਨਾਂ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਇਕੱਠੇ ਕੀਤਾ ਹੈ। ਭਾਈ ਰਾਮ ਕੋਇਰ ਜੀ ਦੇ ਪਰਿਵਾਰ ਵਾਲੇ, ਉਹਨਾਂ ਦੇ ਮਾਤਾ ਜੀ, ਹੋਰ ਸਿਆਣੇ ਬਜ਼ੁਰਗਾਂ ਨੇ ਭਾਈ ਰਾਮ ਕੋਇਰ ਜੀ ਨੂੰ ਤਿਆਰ ਕੀਤਾ। ਸਾਰੇ ਸਿੱਖ ਰਮਦਾਸ ਇਕੱਠੇ ਹੋਏ ਹਨ। ਬਲਾ ਲਗੂ ਹੈ ਜਿਸ ਕੀਰੀ। ਅਜੇ ਭਾਈ ਰਾਮ ਕੋਇਰ ਦੀ ਉਮਰ ਬਹੁਤ ਛੋਟੀ ਹੈ, 6.5 ਸਾਲ ਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੇਣ ਆਏ ਹਨ। 3 ਸੰਬਤ ਬੀਤੇ ਜਿਸ ਬੇਰੀ। ਕਹਿੰਦੇ ਗੁਰੂ 10ਵੇਂ ਪਾਤਸ਼ਾਹ ਤੋਂ 3 ਸਾਲ ਛੋਟੇ ਸਨ। ਨਿਜ ਘਰ ਜੇ ਤਕ ਸਿੱਖ ਸਿਆਣੇ। ਇਹਨਾਂ ਦੇ ਘਰ ਜਿੰਨੇ ਵੀ ਸਿੱਖ ਸਿਆਣੇ ਸਨ, ਪ੍ਰਥਮ ਰੀਤ ਸਤਿਗੁਰ ਕੀ ਜਾਣੇ। ਇਹ ਗੁਰੂ ਘਰ ਦੀ ਮਰਿਆਦਾ ਜਾਣਨ ਵਾਲੇ ਜਿਹੜੇ ਸਨ ਭਾਈ ਰਾਮ ਕੋਇਰ ਦੇ ਵੱਡੇ ਵਡੇਰੇ। ਕਰ ਗਨ ਅਕੂਰ ਚਲ ਆਏ। ਇਹ ਸਾਰੇ ਗੁਰਸਿੱਖ ਬਹੁਤ ਸਾਰੀਆਂ ਪ੍ਰੇਮ ਭੇਟਾਵਾਂ ਲੈ ਕੇ 10ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣ ਵਾਸਤੇ ਰਮਦਾਸ ਪਿੰਡ ਤੋਂ ਆਨੰਦਪੁਰ ਸਾਹਿਬ ਚੱਲ ਆਏ ਹਨ। ਸੰਗਦਾਸ ਸਿੱਖ ਕਰ ਸਮੁਦਾਏ। ਬਹੁਤ ਸਾਰੀਆਂ ਮਾਝੇ ਦੀਆਂ ਸੰਗਤਾਂ, ਸਿੱਖ ਸੇਵਕ ਰਮਦਾਸ ਨਗਰ ਦੇ ਇਲਾਕੇ ਦੇ, ਅੰਮ੍ਰਿਤਸਰ ਦੇ ਇਲਾਕੇ ਦੇ ਇਕੱਠੇ ਹੋ ਕੇ ਆਏ ਹਨ। ਪਾਤਸ਼ਾਹ ਕੇ ਜਥਾ ਵਜ਼ੀਰ। ਜਿਵੇਂ ਪਾਤਸ਼ਾਹਾਂ ਦੇ ਵਜ਼ੀਰ ਆਉਂਦੇ ਨੇ, ਇਹ ਮਰਿਆਦਾ ਚਲੀ ਆਈ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਜ਼ੀਰ 6ਵੇਂ ਪਾਤਸ਼ਾਹ ਤੱਕ ਮੰਨੇ ਗਏ। ਉਹਨਾਂ ਤੋਂ ਬਾਅਦ ਭਾਈ ਭਾਨਾ ਜੀ, ਫਿਰ ਭਾਈ ਗੁਰਝੰਡਾ ਜੀ ਆਦਿਕ ਗੁਰਸਿੱਖ, ਭਾਈ ਗੁਰਦਿੱਤਾ ਜੀ, ਹੁਣ ਭਾਈ ਰਾਮ ਕੋਇਰ ਜੀ ਹਨ। ਇਮ ਗੁਰੂ ਘਰ ਮੈਂ ਇਹ ਮਤ ਧੀਰ। ਇਹ ਗੁਰੂ ਘਰ ਦਾ ਵਜ਼ੀਰ ਪਰਿਵਾਰ ਹੈ। ਜਿਵੇਂ ਬਾਦਸ਼ਾਹਾਂ ਦੇ ਵਜ਼ੀਰ ਖਾਨਦਾਨੀ ਹੁੰਦੇ ਹਨ, ਇਸੇ ਤਰ੍ਹਾਂ ਗੁਰੂ ਘਰ ਦੇ ਖਾਨਦਾਨੀ ਵਜ਼ੀਰ ਬਾਬਾ ਬੁੱਢਾ ਜੀ ਦਾ ਪਰਿਵਾਰ ਹੈ। ਪੂਰਬ ਜੋ ਗੁਰਤਾ ਕੋ ਟੀਕਾ। ਪਹਿਲਾਂ ਜੋ ਗੁਰਿਆਈ ਗੱਦੀ ਦਾ ਟਿੱਕਾ, ਗੁਰਿਆਈ ਦਾ ਤਿਲਕ ਦਿੰਦੇ ਸਨ, ਇਹ ਨਿਜ ਹੱਥ ਕਾਢ ਤੇ ਨੀਕਾ। ਇਸੇ ਪਰਿਵਾਰ ਦੀ ਸੇਵਾ ਚੱਲੀ ਆਈ। ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਚੱਲੇ ਆਏ ਨੇ। ਗੁਰੂ ਅੰਗਦ ਦੇਵ ਜੀ ਦੇ ਮੱਥੇ ਤੇ ਪਹਿਲਾਂ ਬਾਬਾ ਬੁੱਢਾ ਜੀ ਨੇ ਤਿਲਕ ਲਾਇਆ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੱਕ, ਫਿਰ ਉਹਨਾਂ ਦੇ ਪੁੱਤਰ ਲਾਂਦੇ ਰਹੇ ਹਨ। ਅਬ ਸੰਗਤ ਮਹਿ ਨਿਸ਼ਚੈ ਹੋਈ। ਜਦੋਂ ਸਾਧ ਸੰਗਤ ਜੀ ਇਹ ਆ ਕੇ ਤਿਲਕ ਦਿੰਦੇ ਸਨ, ਫਿਰ ਸੰਗਤ 'ਚ ਨਿਸ਼ਚਾ ਹੋ ਜਾਂਦਾ ਸੀ ਵੀ ਇਹ ਗੁਰੂ ਹਨ, ਜਿਨ੍ਹਾਂ ਨੂੰ ਬਾਬੇ ਬੁੱਢੇ ਦੇ ਪਰਿਵਾਰ ਵੱਲੋਂ ਗੁਰਿਆਈ ਦਾ ਟਿੱਕਾ ਲੱਗ ਜਾਂਦਾ, ਉਹਨਾਂ ਦੀ ਗੁਰਤਾ ਗੱਦੀ ਮੰਨੀ ਜਾਂਦੀ ਹੈ। ਗੁਰੂ ਹੈ ਉਹ ਗਾਦੀ ਪਰ ਸੋਈ। ਗੁਰਤਾ ਗੱਦੀ ਤੇ ਉਹੀ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਭਾਈ ਰਾਮ ਕੋਇਰ ਜੀ ਜਾਂ ਬਾਬਾ ਬੁੱਢਾ ਜੀ ਦੇ ਪਰਿਵਾਰ ਵੱਲੋਂ ਤਿਲਕ ਮਿਲਦਾ ਹੈ। ਪੰਜਵੇਂ ਪਾਤਸ਼ਾਹ ਤੇ ਪਾਛੇ। 5ਵੇਂ ਪਾਤਸ਼ਾਹ ਤੋਂ ਬਾਅਦ ਕਲਗੀ ਬਾਜ ਸ਼ਸਤਰ ਦੇ ਆਛੇ। ਮਰਿਆਦਾ ਬਦਲ ਗਈ। ਪਹਿਲਾਂ ਤਾਂ ਸੇਲੀ ਟੋਪੀ ਦਿੰਦੇ ਸਨ। 6ਵੇਂ ਪਾਤਸ਼ਾਹ ਜਦੋਂ ਗੱਦੀ ਤੇ ਬੈਠੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਸ਼ਸਤਰ, ਕਲਗੀ, ਬਾਜ, ਘੋੜਾ ਲਿਆਉਣ ਦੇ ਵਾਸਤੇ ਕਿਹਾ। ਉਦੋਂ ਤੋਂ ਸਾਧ ਸੰਗਤ ਜੀ ਇਹ ਘੋੜਾ ਤੇ ਤੇਗ, ਸ਼ਸਤਰ, ਕਲਗੀ ਆਦਿਕ ਭੇਟਾ ਕਰਦੇ ਹਨ। ਸਿਰੇ ਪਾਉ ਬਹੁਮੋਲਾ ਦੇਤ। ਔਰ ਬਹੁ ਮੋਲਾ ਸਰੂਪਾ ਕੀਮਤੀ ਬਸਤਰ ਲੈ ਕੇ ਆਉਂਦੇ ਹਨ। ਹੈ ਬਹੁ ਗੁਰੂ ਨਕੇਤ। ਬਹੁਤ ਸੋਹਣੇ ਮਹਿੰਗੇ ਬਸਤਰ ਗੁਰੂ ਸਾਹਿਬ ਵਾਸਤੇ, ਤੇ ਘੋੜਾ ਵੀ ਗੁਰੂ ਘਰ ਦੇ ਵਿੱਚ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਭੇਟਾ ਕਰਨ ਦਾ ਰਿਵਾਜ ਹੈ। ਅਪਰ ਕਹਾਂ ਲਗ ਸਭ ਕੇ ਨਾਮ। ਕਿਹਨਾਂ ਕਿਹਨਾਂ ਦੇ ਨਾਮ ਦੱਸੀਏ। ਗੁਰੂ ਘਰ ਦੇ ਮੁਖੀ ਮਸੰਦ ਸਾਰੇ ਹੀ ਆਏ ਹਨ। ਕਹੂੰ ਸੋ ਮੰਜੀ ਜਿਨ ਕੇ ਧਾਮ। ਜਿਨ੍ਹਾਂ ਜਿਨ੍ਹਾਂ ਕੋਲ ਮੰਜੀਆਂ ਸਨ, ਗੁਰੂ ਘਰ ਦੀਆਂ 22 ਮੰਜੀਆਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੋਂ ਹੀ ਸਨ। ਉਸ ਤੋਂ ਬਾਅਦ ਵੀ ਬੜੇ ਬੜੇ ਗੁਰਸਿੱਖ ਮਹਾਰਾਜ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਸਮੇਂ ਨਿਵਾਜੇ ਗਏ। ਹੋਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਖਸ਼ਿਸ਼ਾਂ ਹੋਈਆਂ। ਕੋਈ 7ਵੇਂ ਪਾਤਸ਼ਾਹ ਦੇ ਸਮੇਂ ਮਸੰਦ ਥਾਪੇ ਗਏ। ਉਹ ਜਿਨ੍ਹਾਂ ਜਿਨ੍ਹਾਂ ਨੂੰ ਮੰਜੀਆਂ ਮਿਲੀਆਂ ਹਨ, ਨਿਕਟ ਕੇ ਸਭ ਚੱਲ ਆਏ। ਜਿਹੜੇ ਆ ਸਕਦੇ ਸੀ ਨੇੜੇ ਨੇੜੇ ਦੇ, ਉਹ ਸਾਰੇ ਆਨੰਦਪੁਰ ਸਾਹਿਬ ਪਹੁੰਚ ਗਏ ਨੇ। ਮਾਝੇ ਦੇ, ਮਾਲਵੇ ਦੇ, ਪੁਆਧ ਦੇ, ਦੁਆਬੇ ਦੇ
ਸਾਰੇ ਇਲਾਕੇ ਦੇ ਲੋਕ ਅਨੰਦਪੁਰ ਸਾਹਿਬ ਆ ਗਏ ਹਨ ਲਹਿ ਪ੍ਰਸ ਪਰ ਭਾਉ ਵਧਾਏ ਔਰ ਆਪਸ ਵਿੱਚ ਬੜੇ ਪ੍ਰੇਮ ਨਾਲ ਗੁਰਸਿੱਖ ਮਿਲਦੇ ਹਨ। ਦੇਗ ਅਟੂਟ ਗੁਰੂ ਘਰ ਹੋਏ ਗੁਰੂ ਘਰ ਦੇ ਵਿੱਚ ਲੰਗਰ ਗੁਰੂ ਦਾ ਅਟੁੱਟ ਬਣਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਟਾਈਮ ਲੰਗਰ ਵਰਤਦੇ ਰਹਿੰਦੇ ਹਨ ਬਚਵੇਂ ਤਹਾਂ ਮਿਲੇ ਸਭ ਕੋਈ ਔਰ ਗੁਰੂ ਕੇ ਲੰਗਰਾਂ 'ਚ ਪ੍ਰਸ਼ਾਦਾ ਛਕਦੇ ਹਨ ਤੇ ਇਕੱਠੇ ਹੋ ਕੇ ਸਿੱਖ ਬਾਣੀ ਪੜ੍ਹਦੇ ਹਨ, ਬੜਾ ਪਿਆਰ ਕਰਦੇ ਹਨ। ਰਾਗੀ ਬਰਿੰਦਰ ਬਾਬੀ ਸਾਰੇ ਬਹੁਤ ਸਾਰੇ ਰਾਗੀ ਤੇ ਰਬਾਬੀ ਗਾਇਨ ਕਰਦੇ ਨੇ ਗੁਰਬਾਣੀ ਦਾ ਕੀਰਤਨ। ਆਏ ਆਨੰਦਪੁਰ ਦਰਸ਼ਨ ਨਿਹਾਰੇ ਆ ਕੇ ਆਨੰਦਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਦੂਰੋਂ ਦੂਰੋਂ ਚੱਲ ਕੇ ਆਏ ਰਾਗੀ ਢਾਡੀ ਗੁਣੀ ਗਿਆਨੀ ਲੋਕ, ਕੀਰਤਕ ਢਾਡੀ ਚੱਲ ਕਰ ਆਏ ਕਈ ਢਾਡੀ ਆਏ ਹਨ ਵਾਰਾਂ ਸੁਣਾਉਣ ਵਾਲੇ। ਜਿਨਹੂ ਅਖਾਰੇ ਬੀਰਨ ਗਾਏ ਇਹ ਉਹ ਢਾਡੀ ਹਨ ਜਿਹੜੇ ਸਟੇਜਾਂ ਲਾ ਕੇ ਅਖਾੜੇ ਲਾ ਕੇ ਸੂਰਮਿਆਂ ਦੇ ਪ੍ਰਸੰਗ ਸੁਣਾਉਂਦੇ, ਢੱਡ ਸਰੰਗੀ ਵਜਾ ਕੇ ਯੋਧਿਆਂ ਬਹਾਦਰਾਂ ਸੂਰਬੀਰਾਂ ਦੀਆਂ ਵਾਰਾਂ ਗਾਉਂਦੇ ਹਨ। ਡੋਮ ਭਾਟ ਆਦਿਕ ਹਿਤ ਜਾਚਾ ਡੋਮ ਭੱਟ ਇਹ ਮੰਗਣ ਵਾਸਤੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਮੰਗਦੇ ਹਨ। ਹੀਰਨ ਹੇਤ ਨਮੋ ਗੁਰ ਸਾਚਾ ਇਹ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਗੁਰੂ ਕਲਗੀਧਰ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਅਨਕ ਦੇਸ਼ ਤੇ ਚੱਲ ਕਰ ਆਏ ਅਨੇਕਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਚੱਲ ਕੇ ਆਏ ਹਨ ਕਿਤ ਕਿਤ ਦੀਖਤ ਨਰ ਸਮੁਦਾਏ ਔਰ ਜਿੱਧਰ ਕਿੱਧਰ ਸਾਧ ਸੰਗਤ ਜੀ ਬਹੁਤ ਦੁਨੀਆ ਦਿਸਦੀ ਹੈ, ਬਹੁਤ ਸੰਗਤ ਆਨੰਦਪੁਰ ਸਾਹਿਬ ਆਈ ਹੈ। ਚੌਥ ਦਿਵਸ ਕੋ ਮੇਲ ਸਕੇਲਾ ਕਹਿੰਦੇ ਚੌਥ ਵਾਲੇ ਦਿਨ ਮੇਲਾ ਇਕੱਠਾ ਹੋ ਗਿਆ। ਫਿਰਤ ਪਰਸਪਰ ਲਾਗ ਤਕੇਲਾ ਇੰਨੀ ਸੰਗਤ ਹੈ ਵੀ ਜਿੱਧਰ ਕਿੱਧਰ ਆਨੰਦਪੁਰ ਸਾਹਿਬ ਧੱਕੇ ਲੱਗਦੇ ਹਨ, ਸੰਗਤ ਇੱਕ ਦੂਜੀ ਨੂੰ ਲੰਘਦਿਆਂ ਮੋਢਾ ਲੱਗਦਾ ਹੈ। ਅਤ ਉਤਸ਼ਾਹ ਆਨੰਦਪੁਰ ਹੋਵਤ ਆਨੰਦਪੁਰ ਸਾਹਿਬ ਬੜਾ ਭਾਰੀ ਉਤਸ਼ਾਹ ਹੈ, ਹਜ਼ਾਰਾਂ ਸੰਗਤਾਂ ਮੇਲੇ 'ਚ ਆਈਆਂ ਹਨ। ਦੂਰ ਦੂਰ ਕੇ ਨਾਰਗਨ ਜੋਵਤ ਦੂਰੋਂ ਦੂਰੋਂ ਆਈਆਂ ਸੰਗਤਾਂ ਇੱਕ ਦੂਜੀ ਨੂੰ ਮਿਲੀਆਂ ਹਨ। ਨਟ ਨਿਰਤਕ ਗਨ ਆਏ ਕਲਾਵਤ ਨਟ ਨਿਰਤ ਕਰਨ ਵਾਲੇ ਨਿਰਤਕਾਰ ਤੇ ਕਲਾਵਾਨ ਲੋਕ ਆਏ ਹਨ ਫਿਰੇ ਗੁਰੂ ਕੇ ਜਸ ਗੁਣ ਗਾਵਤ ਔਰ ਮਹਾਰਾਜ ਸਾਹਿਬ ਜੀ ਦਾ ਗੁਣ ਗਾਉਂਦੇ ਨੇ, ਜਸ ਗਾਉਂਦੇ ਨੇ, ਕੀਰਤਨ ਕਰਦੇ ਨੇ। ਇਤਿਆਦਿਕ ਬਹੁ ਕੌਤਕ ਹੋਤ ਇਸ ਤਰ੍ਹਾਂ ਦੇ ਬੜੇ ਕੌਤਕ ਸ੍ਰੀ ਅਨੰਦਪੁਰ ਸਾਹਿਬ 'ਚ ਹੋ ਰਹੇ ਨੇ। ਸਭ ਕੇ ਹਿਰਦੈ ਮੋਦ ਉਦੋਤ ਸਾਰਿਆਂ ਦੇ ਮਨ ਖੁਸ਼ ਹਨ, ਪ੍ਰਸੰਨ ਹਨ। ਕਲਗੀਧਰ ਪਾਤਸ਼ਾਹ ਜੀ ਦਾ ਰਾਜ ਤਿਲਕ ਹੋਣਾ ਹੈ। ਜਾਗਰਨ ਭਇਓ ਨਿਸਾ ਤੇ ਸਮਾਹੀ ਉਹ ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਜਾਗਰਤ ਰਹੇ ਉਹ ਸਾਰੀ ਰਾਤ ਸੰਗਤਾਂ ਜਾ ਕੇ ਬਾਣੀ ਪੜ੍ਹਦੀਆਂ ਰਹੀਆਂ। ਕੀਰਤਨ ਹੋਤ ਆਨੰਦ ਉਰ ਮਾਹੀ ਬੜੇ ਆਨੰਦ ਵਿੱਚ ਕੀਰਤਨ ਹੁੰਦਾ ਰਿਹਾ, ਸਾਰੀ ਰਾਤ ਕੀਰਤਨੀਏ ਕੀਰਤਨ ਕਰਦੇ ਰਹੇ, ਸੰਗਤਾਂ ਸੁਣਦੀਆਂ ਰਹੀਆਂ। ਨਿਜ ਨਿਜ ਸੰਗਤ ਬਿਖੈ ਮਸੰਦ ਸੰਗਤਾਂ ਨੂੰ ਆਪੋ ਆਪਣੇ ਮਸੰਦਾਂ ਨੇ ਮਗਰ ਲਾਇਆ ਹੋਇਆ ਸੀ, ਆਪਣੀ ਆਪਣੀ ਸੰਗਤ ਨੂੰ ਲੈ ਕੇ ਬੈਠੇ ਜਾਗਰਨ ਕੀਨ ਬਿਲੰਦ ਕੀਰਤਨ ਕੀਤਾ। ਸਾਰੀ ਰਾਤ ਜਾਗ ਕੇ ਸੰਗਤਾਂ ਕੀਰਤਨ ਕਰਦੀਆਂ ਰਹੀਆਂ ਭਈ ਭੂਰ ਸਭ ਠਾਨ ਇਸ਼ਨਾਨਾ ਔਰ ਸਵੇਰ ਹੋਈ, ਇਸ਼ਨਾਨ ਪਾਨ ਕੀਤਾ ਹੈ ਪਠਹਿ ਗਿਰਾ ਗੁਰ ਕੀ ਬਿਦਨਾਨਾ ਔਰ ਗੁਰੂ ਕੀ ਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ ਬਸਤਰ ਨਵੀਨੇ ਮੂਲ ਵਡੇਰੇ ਔਰ ਬੜੇ ਸੋਹਣੇ ਕੀਮਤੀ ਬਸਤਰ, ਨਵੇਂ ਬਸਤਰ ਪਹਿਰਤ ਕਹਿਤ ਆਜ ਗੁਰ ਹੀਰੇ ਨਵੇਂ ਬਸਤਰ ਪਾ ਕੇ ਇਸ਼ਨਾਨ ਪਾਨ ਕਰਕੇ ਦਸਤਾਰਾਂ ਸਜਾ ਕੇ ਸੰਗਤਾਂ ਕਹਿੰਦੀਆਂ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ। ਸ਼੍ਰੀ ਬੇਦੀ ਤ੍ਰੇਹਣ ਕੁਲ ਆਈ ਬੇਦੀ ਕੁਲ ਦੇ ਸਾਹਿਬਜ਼ਾਦੇ ਆਏ ਹਨ, ਗੁਰੂ ਅੰਗਦ ਦੇਵ ਮਹਾਰਾਜ ਦੇ ਤ੍ਰੇਹਣ ਕੁਲ ਦੇ ਸਾਹਿਬਜ਼ਾਦੇ ਆਏ ਹਨ। ਸ਼੍ਰੀ ਗੁਰ ਅਮਰ ਅੰਸ਼ ਸਮੁਦਾਈ ਗੁਰੂ ਅਮਰਦਾਸ ਜੀ ਦੀ ਅੰਸ਼ ਭੱਲੇ ਸਾਹਿਬਜ਼ਾਦੇ ਗੋਇੰਦਵਾਲ ਤੋਂ ਚੱਲ ਕੇ ਆਏ ਹਨ। ਨਿਜ ਡੇਰੇ ਸਭ ਹੋਇ ਤਿਆਰ ਆਪਣੇ ਆਪਣੇ ਡੇਰਿਆਂ ਵਿੱਚ ਜਿੱਥੇ ਜਿੱਥੇ ਤੰਬੂ ਲਾਏ ਸਨ ਉੱਥੇ ਤਿਆਰੀਆਂ ਕੀਤੀਆਂ ਹਨ ਬੈਠੇ ਮਨ ਪ੍ਰਤੀਖਣਾ ਧਾਰ ਤੇ ਮਨ ਵਿੱਚ ਉਡੀਕ ਰਹੇ ਵੀ ਜਦੋਂ ਦੀਵਾਨ ਸਜੇਗਾ ਚੱਲ ਕੇ ਦਰਸ਼ਨ ਕਰਾਂਗੇ। ਸੰਤ ਮਹੰਤ ਸਾਧ ਬਹੁ ਭਾਂਤੀ ਸੰਤ ਮਹੰਤ ਸਾਧੂ ਸੰਤ ਬਹੁਤ ਸਾਰੇ ਆਏ ਹਨ। ਚਿਤ ਮਹਿ ਚੌਂਪ ਅਪਰ ਸਭ ਜਾਤੀ ਸਭ ਜਾਤਾਂ ਦੇ ਲੋਕ ਬੜੇ ਉਤਸ਼ਾਹ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹਨ। ਸੂਰਜ ਮਲ ਕੇ ਪੋਤਰੇ ਧੋਈ ਬਾਬਾ ਸੂਰਜਮਲ ਜੀ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਸਨ,
ਉਹਨਾਂ ਦੇ ਦੋਵੇਂ ਹੀ ਪੋਤਰੇ ਦੇਖਣ ਹੇਤ ਹਰਖ ਧਰ ਸੋਈ। ਬੜੇ ਪ੍ਰਸੰਨ ਹੋ ਕੇ ਖੁਸ਼ੀ ਨਾਲ ਦੇਖਣ ਵਾਸਤੇ ਆਪਣੇ ਚਾਚਾ ਜੀ ਦੀ ਰਾਜਗੱਦੀ ਰਾਜ ਤਿਲਕ ਨੂੰ ਦੇਖਣ ਲਈ ਆਏ ਹਨ। ਸ਼੍ਰੀ ਗੋਬਿੰਦ ਸਿੰਘ ਕੋ ਅਭਲੇਖ। ਗੁਰੂ ਗੋਬਿੰਦ ਸਿੰਘ ਜੀ ਦਾ ਜੋ ਰਾਜ ਤਿਲਕ ਅਭਿਖੇਕਨ ਹੋਣਾ ਹੈ, ਉਤਲਾਵਤ ਹਿਤ ਪਿਖਨ ਅਨੇਕ। ਉਹ ਵੇਖਣ ਵਾਸਤੇ ਅਨੇਕਾਂ ਹੀ ਲੋਕ ਬੜੇ ਉਤਸ਼ਾਹ ਨਾਲ ਬੜੀ ਛੇਤੀ ਨਾਲ ਆਏ ਹਨ। ਲੈ ਦਸਤਾਰ ਆਦ ਗਨ ਭੇਟ। ਬਾਬਾ ਸੂਰਜਮਲ ਦੇ ਪੋਤਰੇ ਵੀ ਦਸਤਾਰਾਂ ਲੈ ਕੇ ਬਹੁਤ ਸਾਰੀਆਂ ਹੋਰ ਭੇਟਾਵਾਂ ਲੈ ਕੇ ਆਏ ਹਨ। ਮਿਲਿਓ ਚਹਿਤ ਚਿਤ ਪ੍ਰੇਮ ਲਪੇਟ। ਇਹ ਮਿਲੇ ਰਹਿਣਾ ਚਾਹੁੰਦੇ ਨੇ ਗੁਰੂ ਸਾਹਿਬ ਜੀ ਦੇ ਨਾਲ। ਸ਼੍ਰੀ ਗੁਜਰੀ ਭਰਾਤਾ ਨਿਜ ਪ੍ਰੇਰਾ। ਗੁਰੂ ਮਹਾਰਾਜ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਨੇ ਆਪਣੇ ਭਰਾ ਮਾਮਾ ਕਿਰਪਾਲ ਚੰਦ ਨੂੰ ਪ੍ਰੇਰਿਆ। ਤਿਆਰੀ ਕਰੋ ਸਕਲ ਬਿਨ ਬੇਰਾ। ਕਿ ਕਿਰਪਾਲ ਚੰਦ ਜੀ ਤੁਸੀਂ ਸਾਰਾ ਪ੍ਰਬੰਧ ਦੇਖੋ, ਤਿਆਰੀ ਕਰਵਾਓ ਬਿਨਾਂ ਦੇਰੀ ਦੇ। ਸੂਖਮ ਬਸਤਰ ਸ਼ਰੀਰ ਸਜਾਵੋ। ਔਰ ਮਹਾਰਾਜ ਦੇ ਸੋਹਣੇ ਸੁੰਦਰ ਕੀਮਤੀ ਬਸਤਰ ਚੋਲਾ ਪਵਾਓ। ਰੁਚਿਰ ਬਿਭੂਖਨ ਕੋ ਪਹਿਰਾਵੋ। ਔਰ ਸੋਹਣੇ ਗਹਿਣੇ ਵੀ ਪਵਾਓ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ। ਸੁਨ ਕਿਰਪਾਲ ਨਿਜ ਹਾਥ ਸੁਧਾਰ। ਕਹਿੰਦੇ ਮਾਮੇ ਕਿਰਪਾਲ ਚੰਦ ਨੇ ਮਾਤਾ ਜੀ ਦਾ ਬਚਨ ਮੰਨ ਕੇ ਆਪਣੇ ਹੱਥੀਂ ਸਾਰਾ ਕੁਝ ਕੀਤਾ ਸਭ ਹੈ। ਦਾਸਨ ਪਰ ਹੁਕਮ ਉਚਾਰ। ਜਿਨੇ ਗੁਰੂ ਘਰ ਦੇ ਸੇਵਾਦਾਰ ਕਰਿੰਦੇ ਸਨ ਉਹਨਾਂ ਨੂੰ ਹੁਕਮ ਦਿੱਤਾ ਹੈ। ਦਿਹੀ ਦਮਦਮਾ ਤੁੰਗ ਕਨੇਰਾ। ਜਿਹੜਾ ਵੱਡਾ ਦਮਦਮਾ ਹੈ ਉੱਚੀ ਥਾਂ ਤੇ ਬਹੁਤ ਵੱਡਾ ਦੀਵਾਨ ਲੱਗ ਸਕਦਾ ਹੈ। ਰਚੋ ਰੁਚਿਰ ਤੇ ਫਰਸ ਬਡੇਰਾ। ਉੱਥੇ ਬਹੁਤ ਸੋਹਣਾ ਫਰਸ਼ ਵਿਛਾਓ, ਗਲੀਚੇ ਵਿਛਾਓ, ਦਰੀਆਂ ਚਾਦਰਾਂ ਵਿਛਾਓ। ਸੂਰਜਮੁਖੀ ਹੱਥ ਗਹਿ ਥਿਰੋ। ਔਰ ਸੂਰਜਮੁਖੀ ਬਿਜਨੇ ਲੈ ਕੇ ਖੜੇ ਹੋ ਜਾਓ ਚੋਬਦਾਰ। ਕੰਚਨ ਦੰਡ ਚਬਰ ਕਰ ਧਰੋ। ਔਰ ਚੋਬਦਾਰਾਂ ਦੇ ਹੱਥਾਂ ਵਿੱਚ ਸੋਨੇ ਦੀਆਂ ਚੋਬਾਂ ਫੜਾ ਦਿਓ ਅਤੇ ਚੌਰ ਬਰਦਾਰਾਂ ਦੇ ਹੱਥ ਚੌਰ ਫੜਾ ਦਿਓ। ਸੁੰਦਰ ਗਾਦੀ ਰਚੀ ਹੈ ਗੁਰ ਕੀ। ਗੁਰੂ ਸਾਹਿਬ ਵਾਸਤੇ ਬੜੀ ਸੋਹਣੀ ਗੱਦੀ ਰਚੋ ਜਿਹ ਤੇ ਬੈਠ ਕੇ ਉਹਨਾਂ ਦਾ ਰਾਜ ਸਿੰਘਾਸਣ ਹੋਵੇਗਾ। ਜਥਾ ਰੀਤ ਵਰਤੈ ਬਾਰ ਧੁਰ ਕੀ। ਜੋ ਧੁਰ ਤੋਂ ਮਰਿਆਦਾ ਚਲੀ ਆ ਰਹੀ ਹੈ, ਛੇਵੇਂ ਪਾਤਸ਼ਾਹ ਤੋਂ ਰਾਜਸੀ ਮਰਿਆਦਾ ਸ਼ਾਮਲ ਹੋਈ ਹੈ। ਗੁਰਤਾ ਗੱਦੀ ਤਾਂ ਮਹਾਰਾਜ ਗੁਰੂ ਅੰਗਦ ਦੇਵ ਜੀ ਤੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਾਈ ਹੈ ਮਰਿਆਦਾ। ਉਹ ਸਾਰੀ ਮਰਿਆਦਾ ਦੇ ਮੁਤਾਬਕ ਤਿਆਰੀ ਕਰਵਾਓ। ਜਰੀਦਾਰ ਮਖਮਲ ਉਪਧਾਨ। ਜਰੀਦਾਰ ਤੇ ਮਖਮਲ ਦੇ ਕੱਪੜੇ ਦੇ ਵੱਡੇ ਵੱਡੇ ਗੋਲ ਸਿਰਹਾਣੇ ਗੱਦੀ ਤੇ ਰੱਖੋ। ਕਰੋ ਟਿਕਾਵਨ ਸੁੰਦਰਿਆਨ। ਬਹੁਤ ਸੁੰਦਰ ਵਧੀਆ ਕਿਸਮ ਦੇ ਬਸਤਰ ਦੇ ਬਣੇ ਹੋਏ ਸਿਰਹਾਣੇ ਬਸਤਰ ਵਿਛਾਓ। ਪਠੋ ਮੇਵਰਾ ਸੰਗਤ ਮਾਹੇ। ਔਰ ਮੇਵੜਾ ਭੇਜੋ ਸੰਗਤ ਦੇ ਵਿੱਚ। ਪਹੁੰਚੈ ਸਕਲ ਦਮਦਮਾ ਜਾਹੇ। ਸਾਰੀ ਸੰਗਤ ਨੂੰ ਸੁਨੇਹਾ ਦੇਵੇ ਮੇਵੜਾ ਕਿ ਸਾਰੀ ਸੰਗਤ ਉੱਚੇ ਦਮਦਮੇ ਤੇ ਆ ਜਾਵੇ। ਇਤਿਆਦਿਕ ਕਾਰਜ ਜੀ ਔਰ। ਇਸ ਤਰ੍ਹਾਂ ਦੇ ਹੋਰ ਵੀ ਜਿੰਨੇ ਕੰਮ ਹਨ ਸਾਵਧਾਨ ਕੀਨੇ ਸਭ ਠੌਰ। ਉਹ ਮਾਮਾ ਕਿਰਪਾਲ ਚੰਦ ਨੇ ਸਾਵਧਾਨੀ ਨਾਲ ਕਰਵਾ ਲਏ। ਸ੍ਰੀ ਗੁਰੂ ਗੋਬਿੰਦ ਸਿੰਘ ਇਸ਼ਨਾਨੇ। ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ਼ਨਾਨ ਪਾਨ ਕਰਕੇ ਸੂਖਮ ਬਸਤਰ ਦਾਸ ਗਨ ਆਨੇ। ਮਹਾਰਾਜ ਜੀ ਨੇ ਬਹੁਤ ਸੁੰਦਰ ਸੂਖਮ ਬਰੀਕ ਕੱਪੜੇ ਦਾ ਚੋਲਾ ਪਹਿਨਿਆ ਹੈ। ਪਹਿਰਤ ਭਈ ਅੰਗ ਵੱਡ ਸੋਭਾ। ਮਹਾਰਾਜ ਬਹੁਤ ਬਰੀਕ ਕੱਪੜੇ ਦਾ ਸੁੰਦਰ ਚੋਲਾ ਪਹਿਨ ਕੇ ਸਰੀਰ ਦੇ ਬਹੁਤ ਹੀ ਸੋਭਾ ਬਣੀ ਹੈ। ਦੇਖਤ ਸਭ ਕੋ ਮਨ ਬਹੁ ਲੋਭਾ। ਜਿਹੜਾ ਦੇਖਦਾ ਹੈ ਉਹਦਾ ਮਨ ਲੁਭਾਏਮਾਨ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਸੁੰਦਰਤਾ ਹੀ ਐਸੀ ਹੈ। ਸੁੰਦਰ ਸਿਰ ਦਸਤਾਰ ਸਜਾਈ। ਔਰ ਸੀਸ ਤੇ ਬੜੀ ਸੁੰਦਰ ਦਸਤਾਰ ਕਲਗੀਧਰ ਪਾਤਸ਼ਾਹ ਜੀ ਨੇ ਸਜਾਈ ਹੈ। ਤਾ ਮਾਲ ਵਿਸਾਲ ਸੁਹਾਈ। ਮੋਤੀਆਂ ਦੀ ਮਾਲਾ ਗਲ ਵਿੱਚ ਪਾਈ ਹੈ। ਹੀਰਨ ਜਰੇ ਹੇਮ ਕੀ ਮੁਸ਼ਟ। ਉਹ ਕਹਿੰਦੇ ਹੀਰੇ ਜੜੇ ਹਨ, ਸੋਨੇ ਦੀ ਮੁੱਠ ਹੈ। ਪਹਿਰੋ ਖੜਗ ਲੋਹੋ ਬਹੁਤ ਸੁਰੁਸ਼ਟ। ਐਸਾ ਸੁੰਦਰ ਖੜਗ ਗਾਤਰੇ ਪਹਿਨਿਆ ਸੱਚੇ ਪਾਤਸ਼ਾਹ ਜੀ ਨੇ। ਮੁਕਤਾ ਗੁੱਛੇ ਸੰਗ ਨਿਖੰਗ। ਔਰ ਤੀਰਾਂ ਦੇ ਪੱਥੇ ਨੂੰ ਮੋਤੀਆਂ ਦੇ ਗੁੱਛੇ ਲੱਗੇ ਹੋਏ ਹਨ। ਭਰ ਕਰ ਤੀਖਨ ਬ੍ਰਿੰਦ ਖਤੰਗ। ਔਰ ਬੜੇ ਤਿੱਖੇ ਤੀਰ ਉਹਦੇ ਚ ਭਰ ਕੇ ਪਾਈ ਗਰੀ ਮਹਿ ਬਾਂਧੀ ਕਮਰ। ਲੱਕ ਗਲ ਵਿੱਚ ਪਾ ਕੇ ਕਮਰ ਕਸਾ ਉਹ ਤਾਂ ਪੇਟੀ ਜਿਹੜੀ ਹੈ ਉਹ ਲਾ ਲਈ ਹੈ। ਸੰਮਤ ਦਸਵੀਂ ਮਹਿ ਜਿਨ ਉਮਰ। 10ਵੇਂ ਸਾਲ ਚ ਉਮਰ ਹੈ ਮਹਾਰਾਜ, 10 ਕੁ ਸਾਲ ਦੇ ਹਨ। ਖੰਜਰ ਜਮਧਰ ਬਿਛੂਆ ਲੀਨ। ਖੰਜਰ ਕਟਾਰ ਤੇ ਬਿਛੂਆ ਇਹ ਕਮਰ ਕਸੇ ਦੇ ਛੋਟੇ ਸ਼ਸਤਰ ਪਾ ਲਏ ਹਨ। ਕਮਰ ਕਸੇ ਮੈਂ ਧਾਰ ਪ੍ਰਵੀਨ। ਇਹ ਕਮਰ ਕਸੇ ਚ ਪਾਏ ਨੇ ਖੰਜਰ ਬਿਛੂਆ
ਕਟਾਰ ਇਹ ਸਾਰੇ ਛੋਟੇ ਸ਼ਸਤਰ ਹਨ। ਪਾਨ ਕਮਾਨ ਲਾਹੌਰੀ ਧਰ ਕੈ ਔਰ ਲਾਹੌਰੀ ਤੀਰ ਕਮਾਨ ਹੱਥ ਵਿੱਚ ਪਕੜੀ ਹੈ। ਹੀਰਤ ਸਾਰ ਕਰ ਫੀਰਨ ਕਰ ਕੈ ਅਤੇ ਹੱਥ ਵਿੱਚ ਤੀਰ ਫੜ ਕੇ ਕਦੀ ਸੱਜੇ ਤੇ ਕਦੀ ਖੱਬੇ ਹੱਥ 'ਚ ਫੇਰਦੇ ਘੁਮਾਉਂਦੇ ਹਨ। ਅਨਕ ਵਿਭੂਖਣ ਚਾਮੀ ਕਾਰ ਕੇ ਸੁੰਦਰ ਸੋਨੇ ਦੇ ਬਹੁਤ ਗਹਿਣੇ ਕੀਮਤੀ ਪਹਿਨੇ ਹਨ। ਜਥਾ ਜੋਗ ਸਭ ਪਹਿਰਨ ਕਰ ਕੈ ਸਭ ਸੁੰਦਰ ਗਹਿਣੇ ਤੇ ਸੁੰਦਰ ਸ਼ਸਤਰ ਪਹਿਨ ਕੇ ਗੁਰੂ ਕਲਗੀਧਰ ਜੀ ਸਜ ਗਏ ਹਨ। ਯੁਗ ਮਾਤਨ ਕੋ ਕਰ ਪਦ ਬੰਧਨ ਦੋਵੇਂ ਮਾਤਾਵਾਂ ਨੂੰ, ਦਾਦੀ ਮਾਤਾ ਨਾਨਕੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਮੱਥਾ ਟੇਕ ਕੇ ਅਬ ਨੰਦਨ ਹੋਇਆ ਦੇਖਿਓ ਨੰਦਨ ਦੋਵਾਂ ਮਾਤਾਵਾਂ ਨੇ ਖੁਸ਼ ਹੋ ਕੇ ਆਪਣਾ ਬੱਚਾ ਵੇਖਿਆ ਹੈ। ਦੇਤ ਅਸੀਸ ਸੀਸ ਕਰ ਫੇਰਾ ਮਾਤਾ ਨਾਨਕੀ ਮਾਤਾ ਗੁਜਰੀ ਸਿਰ ਤੇ ਅਸੀਸਾਂ ਦੇ ਕੇ ਹੱਥ ਫੇਰ ਕੇ ਤੋਰਦੀਆਂ ਹਨ। ਉਹ ਸੁਜਸ ਪ੍ਰਾਪਤ ਉਚੀਰਾ ਤੁਹਾਡਾ ਬਹੁਤ ਜਸ ਹੋਵੇ, ਬੜਾ ਪ੍ਰਤਾਪ ਹੋਵੇ, ਇਹ ਆਸ਼ੀਰਵਾਦ ਦਿੱਤਾ ਹੈ ਮਾਤਾ ਜੀ ਹੋਰਾਂ ਨੇ। ਨਿਕਸੇ ਸਦਨ ਪੌਰ ਗੁਰ ਪੂਰੇ ਪੂਰੇ ਕਲਗੀਧਰ ਪਾਤਸ਼ਾਹ ਮਹਾਰਾਜ ਦਰਵਾਜ਼ੇ ਤੋਂ ਬਾਹਰ ਨਿਕਲੇ ਹਨ। ਪੰਕਜ ਪਾਏ ਉਪਾਇਨ ਰੂਰੇ ਚਰਨ ਕਮਲਾਂ 'ਚ ਬੜੀ ਸੁੰਦਰ ਜੋੜਾ ਪਹਿਨਿਆ, ਸੁੰਦਰ ਜੁੱਤੀ ਪਾਈ ਹੈ। ਦਰਸ ਹੇਤ ਸਿੱਖ ਖਰੇ ਹਜ਼ਾਰੋਂ ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਹਜ਼ਾਰਾਂ ਹੀ ਸੰਗਤਾਂ ਖੜੀਆਂ ਹਨ। ਉਮਗੇ ਜਨ ਜਲ ਪਾਰਾਵਾਰੋ ਕਹਿੰਦੇ ਜਿਵੇਂ ਸਮੁੰਦਰ ਉਮੜ ਪਿਆ ਹੋਵੇ, ਸੰਗਤਾਂ ਦਾ ਸੈਲਾਬ ਆ ਗਿਆ ਹੋਵੇ, ਪਾਰਾਵਾਰ ਹੀ ਕੋਈ ਨਹੀਂ ਸੀ, ਹਜ਼ਾਰਾਂ ਸੰਗਤਾਂ ਦਰਸ਼ਨਾਂ ਲਈ ਖੜੀਆਂ ਸਨ। ਸਤਿਗੁਰ ਚੰਦ ਮਨਿੰਦੇ ਦੇਖਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੰਦਰਮਾ ਸਮਾਨ ਵੇਖਿਆ ਹੈ। ਸਿਰ ਨਮਰੀ ਇੱਕ ਬਾਰ ਅਸਿਖਾ ਔਰ ਸਾਰਿਆਂ ਨੇ ਦੋਵੇਂ ਹੱਥ ਜੋੜ ਕੇ ਦੋਵਾਂ ਪਾਸਿਆਂ ਤੋਂ ਨਮਸਕਾਰ ਕੀਤੀ ਹੈ। ਹੀਮ ਲਸ਼ਟਕਾ ਗਹੇ ਅਗਾਰੀ ਸੋਨੇ ਦੇ ਡੰਡੇ, ਸੋਨੇ ਦੀਆਂ ਚੋਭਾਂ ਹੱਥ ਵਿੱਚ ਫੜ ਕੇ ਅੱਗੇ ਅੱਗੇ ਚੋਭਦਾਰ ਚੱਲਦੇ ਹਨ। ਉੱਚ ਆਵਾਜ਼ ਨਕੀਬ ਉਚਾਰੀ ਤੇ ਨਕੀਬ ਨੇ ਉੱਚੀ ਆਵਾਜ਼ ਦਿੱਤੀ ਹੈ, ਜਿਵੇਂ ਭੱਟ ਨਕੀਬ ਬੋਲਦੇ ਹੁੰਦੇ ਨੇ ਅੱਗੇ ਅੱਗੇ, ਸਾਵਧਾਨ ਸ੍ਰੀ ਗੁਰੂ ਰਾਮਦਾਸ ਜੀ ਕੇ ਨਾਤੀ, ਸ੍ਰੀ ਗੁਰੂ अर्जुन देव जी के वंशज, श्री गुरु हरगोबिंद साहब जी के पोत्र, श्री गुरु तेग बहादुर जी के नंदन, श्री गुरु गोबिंद सिंह जी महाराज की जय हो। इस तरह लम्मा बिरद पढ़ के ਨਕੀਬ ਸੰਗਤਾਂ ਨੂੰ ਸਾਵਧਾਨ ਕਰਦੇ ਹਨ। ਬੋਲਤ ਭਾਟਕ ਬਿਤਨ ਚਾਲੇ ਤੇ ਭਟਕ ਬਿਤ ਸੁਣਾਉਂਦੇ ਜਾ ਰਹੇ ਨੇ ਅੱਗੇ ਅੱਗੇ। ਲੱਖ ਆਗਮਨ ਸਿੱਖ ਸੰਭਾਲੇ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਉਂਦਾ ਜਾਣ ਕੇ ਸਿੱਖ ਸੰਭਲ ਕੇ ਖੜ ਜਾਂਦੇ ਹਨ। ਆਨ ਆਨ ਗਨ ਮਿਲ ਹੈ ਅਗਾਰੀ ਔਰ ਅੱਗੋਂ ਦੀ ਆ ਕੇ ਮਿਲਦੇ ਚਰਨਾਂ 'ਚ ਮੱਥੇ ਟੇਕਦੇ ਨੇ ਸਿੱਖ। ਸੀਸ ਨਿਮਰ ਪੁਨ ਚਲ ਹੈ ਪਿਛਾਰੀ ਔਰ ਮੱਥਾ ਟੇਕ ਕੇ ਮਹਾਰਾਜ ਦੇ ਪਿੱਛੇ ਪਿੱਛੇ ਤੁਰ ਪੈਂਦੇ ਨੇ। ਸਭ ਪੁਰ ਬਿਖੈ ਕੁਲਾਹਲ ਹੋਆ ਸਾਰੇ ਅਨੰਦਪੁਰ ਸਾਹਿਬ ਵਿੱਚ ਬੜਾ ਹੀ ਪ੍ਰਸੰਨ ਆਨੰਦ ਦਾ ਮਾਹੌਲ ਬਣਿਆ ਹੈ। ਹਿਤ ਜੋਵਨ ਕੇ ਕੀਨ ਸੁਟੋਆ ਔਰ ਦੁਨੀਆ ਦੇਖਣ ਆਈ ਹੈ, ਬੇਅੰਤ ਸੰਗਤਾਂ ਵੇਖਣ ਆਈਆਂ ਹਨ। ਕੰਚਨ ਜੀਨ ਤੁਰੰਗਮ ਸੋਹੇ ਕਹਿੰਦੇ ਸੋਨੇ ਦੀਆਂ ਕਾਠੀਆਂ ਘੋੜਿਆਂ ਤੇ ਪਾਈਆਂ, ਘੋੜੇ ਸ਼ਿੰਗਾਰ ਕੇ ਖੜੇ ਕੀਤੇ ਗਏ। ਬੜੀ ਚਪਲ ਪੈ ਗੁਰੂ ਅਰੋਹੇ ਔਰ ਬਹੁਤ ਸੋਹਣਾ ਬਲੀ ਘੋੜਾ ਜੇ ਤੇ ਮਹਾਰਾਜ ਕਲਗੀਧਰ ਜੀ ਸਵਾਰ ਹੋਏ। ਸਨੇ ਸਨੇ ਤਬ ਕੀਨ ਪਿਆਨਾ ਸਹਿਜੇ ਸਹਿਜੇ ਘੋੜੇ ਤੇ ਪਾਤਸ਼ਾਹ ਸਵਾਰ ਹੋ ਕੇ ਚੱਲੇ ਹਨ। ਗਰੀਨ ਮਹਿ ਠਾਡੇ ਨਰ ਆਨਾ ਗਲੀਆਂ ਬਾਜ਼ਾਰਾਂ 'ਚ ਦੁਨੀਆ ਖੜੀ ਹੈ, ਉੱਤੋਂ ਕੋਠਿਆਂ ਤੋਂ ਬੀਬੀਆਂ ਫੁੱਲਾਂ ਦੀ ਵਰਖਾ ਕਰਦੀਆਂ ਹਨ। ਮਨਹੁ ਚਕੋਰ ਚੰਦ ਕੋ ਜੋਵੈ ਸੰਗਤਾਂ ਇਉਂ ਦੇਖਦੀਆਂ ਨੇ ਜਿਵੇਂ ਚਕੋਰ ਚੰਦਰਮਾ ਨੂੰ ਦੇਖਦੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਸੰਗਤਾਂ। ਹਿਰਦੈ ਆਨੰਦ ਨਿਮਰ ਸਿਰ ਹੋਵੈ ਬੜਾ ਮਨ ਖੁਸ਼ ਹੈ, ਆਨੰਦ ਪ੍ਰਸੰਨ ਹਨ ਸੰਗਤਾਂ, ਨਿਮਰਤਾ ਨਾਲ ਸਿਰ ਝੁਕਾਉਂਦੀਆਂ ਹਨ। ਸਭ ਦਿਸ ਦੇਖਤ ਜਾਤ ਕਿਰਪਾਲ ਔਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਪਾਸੇ ਸੰਗਤਾਂ ਵੱਲ ਦੇਖਦੇ ਜਾ ਰਹੇ ਹਨ। ਹੋਏ ਨਿਹਾਲ ਸਰਦਾਲ ਵਿਸਾਲ ਬੜੇ ਸ਼ਰਧਾਲੂ ਸਿੱਖ ਮਹਾਰਾਜ ਦੇ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੇ ਨੇ। ਭਈ ਭੀਰ ਬਹੁ ਮਾਨਵ ਕੇਰੀ ਬਹੁਤ ਲੋਕਾਂ ਦੀ ਭੀੜ ਹੋ ਗਈ। ਅਨੰਦਪੁਰ ਸਾਹਿਬ ਸੰਗਤਾਂ ਦਾ ਕੋਈ ਪਾਰਾਵਾਰ ਨਾ ਰਿਹਾ, ਠਾਠਾ ਮਾਰਦਾ ਸਮੁੰਦਰ ਸੰਗਤਾਂ ਦਾ ਆ ਗਿਆ। ਚਲ ਹੈ ਪਿਛਾਰੀ ਮੰਗਲ ਹੇਰੀ ਔਰ ਸਭ ਕਲਗੀਧਰ ਪਾਤਸ਼ਾਹ ਦੇ ਪਿੱਛੇ ਪਿੱਛੇ ਚੱਲੇ, ਦਰਸ਼ਨ ਕਰ ਰਹੇ ਨੇ, ਖੁਸ਼ੀਆਂ ਦੇ ਮੰਗਲਮਈ ਮਾਹੌਲ ਦੇ ਦਰਸ਼ਨ ਕਰ ਰਹੇ ਨੇ। ਇਸ ਬਿਦ ਗਏ ਦਮਦਮੇ ਥਾਨ ਇਸ ਤਰ੍ਹਾਂ ਮਹਾਰਾਜ ਬੜੀ ਸਾਜ ਧਾਜ ਦੇ ਨਾਲ, ਸ਼ਸਤਰਾਂ ਬਸਤਰਾਂ ਨਾਲ ਘੋੜੇ ਤੇ ਸਵਾਰ ਹੋ ਕੇ
ਦਮਦਮੇ ਵਾਲੀ ਧਰਤੀ ਤੇ ਪਹੁੰਚੇ ਹਨ। ਹੈ ਉਤੰਗ ਸੁਚਾਰ ਮਹਾਨ, ਜੋ ਸਭ ਤੋਂ ਉੱਚਾ ਥਾਂ ਹੈ ਸ੍ਰੀ ਅਨੰਦਪੁਰ ਸਾਹਿਬ ਦਾ। ਉਤਰ ਤੁਰੰਗ ਤੇ ਤਹ ਚੜ ਗਏ, ਘੋੜੇ ਤੋਂ ਉਤਰ ਕੇ ਦਮਦਮੇ ਤੇ ਚੜ ਗਏ ਹਨ। ਮਾਤੁਲ ਨਿਕਟ ਸੰਗ ਨਿਜ ਲਿਏ, ਮਾਮੇ ਕਿਰਪਾਲ ਚੰਦ ਨੂੰ ਨਾਲ ਲਿਆ ਹੈ। ਉਤੇ ਜੋ ਆਗੇ ਸਭ ਤਬ ਠਾਡੇ, ਜਿਹੜੇ ਪਹਿਲਾਂ ਉਸ ਦੀਵਾਨ 'ਚ ਬੈਠੇ ਸੀ ਸਿੱਖ, ਦਸਵੇਂ ਪਾਤਸ਼ਾਹ ਜੀ ਦੇ ਆਉਣ ਤੇ ਸਭ ਉੱਠ ਕੇ ਖਲੋ ਗਏ ਬੰਧਨ ਕਰਹਿ ਪ੍ਰੇਮ ਉਰ ਬਾਢੇ, ਔਰ ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਪ੍ਰੇਮ ਨਾਲ ਮੱਥਾ ਟੇਕਿਆ। ਸ੍ਰੀ ਗੋਬਿੰਦ ਸਿੰਘ ਤਖਤ ਨਿਹਾਰਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਤਖਤ ਵੇਖਿਆ, ਜੋਰਤ ਕਰ ਪ੍ਰਣਾਮ ਕੋ ਧਾਰਾ, ਜਾ ਕੇ ਤਖਤ ਨੂੰ ਮੱਥਾ ਟੇਕਿਆ, ਕਿਉਂਕਿ ਭਾਵੇਂ ਆਪ ਉਸ ਗੱਦੀ ਤੇ ਬੈਠਣਾ ਹੈ ਪਰ ਉਹ ਗੱਦੀ ਆਪਣੀ ਨਹੀਂ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੀ ਗੱਦੀ ਹੈ। ਇਸ ਕਰਕੇ ਵੱਡਿਆਂ ਦੀ ਗੱਦੀ ਨੂੰ ਨਮਸਕਾਰ ਕਰਨ ਦੀ ਮਰਜ਼ਾਦਾ ਹੈ। ਮੱਥਾ ਟੇਕਿਆ ਗੁਰਤਾ ਗੱਦੀ ਨੂੰ। ਬੇਦੀ ਤਰੇਹਣ ਭੱਲੇ ਬੰਸ, ਬੇਦੀ ਤਰੇਣ ਭੱਲੇ, ਜਿਹੜੇ ਗੁਰੂ ਘਰ ਵੱਡੇ ਹਨ, ਬਜ਼ੁਰਗ ਹਨ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਬੰਸ, ਗੁਰੂ ਅੰਗਦ ਦੇਵ ਜੀ ਦੀ ਅੰਸ਼ ਬੰਸ, ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਦੇ। ਤਿੰਨ ਦਿਸ ਪਿਖ ਸੋਢੀ ਅਵਤੰਸ, ਉਹਨਾਂ ਸਾਰੇ ਬਜ਼ੁਰਗਾਂ ਵੱਲ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਸਭਨ ਕੀ ਆਇਸ ਕੋ ਪਾਏ, ਸਾਰਿਆਂ ਬਜ਼ੁਰਗਾਂ ਦੀ ਆਗਿਆ ਲੈ ਕੇ ਭਏ ਅਰੂੜਨ ਗੁਰਨ ਮਨਾਏ, ਸਤਿਗੁਰਾਂ ਨੂੰ ਯਾਦ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ 9 ਪਾਤਸ਼ਾਹੀਆਂ ਦਾ ਨਾਮ ਲੈ ਕੇ ਅਰਦਾਸ ਕੀਤੀ ਤੇ ਫਿਰ ਤਖਤ ਤੇ ਬੈਠੇ ਹਨ। ਦਾਸਿੰਦਨ ਪਰ ਆਰੋਹੇ, ਗੁਰਤਾ ਗੱਦੀ ਦੇ ਰਥ ਤੇ ਸਵਾਰ ਹੋ ਗਏ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ। ਦੇਖਿਓ ਪ੍ਰਤਾਪ ਦਇਓ ਸਪਤ ਮੋਹੇ, ਆ ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਦਾ ਪ੍ਰਤਾਪ ਦੇਖਿਆ, ਦਿਓ ਸਪਤ ਮੋਹੇ, ਕਹਿੰਦੇ ਵੇਖ ਕੇ ਨਾ ਜਿਹੜਾ ਸੂਰਜ ਹੈ ਉਹ ਵੀ ਮੋਹਿਆ ਜਾਵੇ। ਇੰਨਾ ਪ੍ਰਤਾਪ ਸੀ ਕਲਗੀਧਰ ਪਾਤਸ਼ਾਹ ਦਾ ਵੀ ਸੂਰਜ ਦਾ ਵੀ ਫਿੱਕਾ ਪੈ ਗਿਆ। ਗਨ ਸੰਗਤ ਪੰਕਜ ਬਿਗਸੰਤੇ, ਗੁਰੂ ਕੀਆਂ ਸੰਗਤਾਂ, ਗੁਰੂ ਕੀਆਂ ਪੰਗਤਾਂ ਖੁਸ਼ ਹੋ ਗਈਆਂ ਵਿੱਚ ਮਕਰੰਦ ਆਨੰਦ ਬਧੰਤੇ, ਔਰ ਬੜਾ ਹੀ ਆਨੰਦ ਬਣਿਆ, ਬੜੀ ਖੁਸ਼ੀ ਬਣੀ ਹੈ। ਗਨ ਦੁੰਦਮ ਬਾਜੇ ਸਦਿਆਨੇ, ਬੜੇ ਨਗਾਰੇ ਵੱਜੇ ਨੇ, ਸ਼ਦਿਆਨੇ ਵੱਜੇ ਨੇ, ਬਹੁਤ ਖੁਸ਼ੀਆਂ ਹੋਈਆਂ ਨੇ। ਜੈ ਜੈ ਗੁਰ ਕੀ ਬਾਕ ਬਖਾਨੇ, ਸਭ ਕਲਗੀਧਰ ਪਾਤਸ਼ਾਹ ਦੇ ਜੈਕਾਰੇ ਬੁਲਾ ਰਹੇ ਸਨ, ਜੈ ਜੈਕਾਰ ਕਰ ਰਹੇ ਸਨ। ਅਤਸ਼ੈ ਮੰਗਲ ਜਾਨ ਸੁਜਾਨੇ, ਬੜਾ ਹੀ ਮੰਗਲਮਈ ਮਾਹੌਲ ਬਣਿਆ ਹੈ। ਨਾਨਾ ਆਪਨ ਅਪੂਰਨ ਆਨੇ, ਨਾਨਾ ਪ੍ਰਕਾਰ ਦੀਆਂ ਭੇਟਾਵਾਂ ਸਿੱਖ ਲੈ ਕੇ ਆਏ ਨੇ ਘਰਾਂ ਚੋਂ। ਸਭ ਆਈ ਲੀ ਤਬ ਹੈ ਮਸੰਦ, ਉਹ ਜਿੰਨੀਆਂ ਭੇਟਾਵਾਂ ਲੈ ਕੇ ਸੰਗਤਾਂ ਆਈਆਂ ਨੇ, ਮਸੰਦੋ ਸੰਗਤਾਂ ਨੂੰ ਲੈ ਕੇ ਦਰਬਾਰ 'ਚ ਹਾਜ਼ਰ ਹੋਣ ਲੱਗੇ ਹਨ। ਰਾਮ ਕੋਇਰ ਤੇ ਆਦ ਬਿਲੰਦ, ਸਭ ਤੋਂ ਵੱਡੇ ਭਾਈ ਰਾਮ ਕੋਇਰ ਜੀ ਵਰਗੇ ਗੁਰਸਿੱਖ ਜਿਨ੍ਹਾਂ ਨੇ ਗੁਰਿਆਈ ਦਾ ਤਿਲਕ ਦੇਣਾ ਹੈ ਉਹ ਵੀ ਆਏ ਹਨ। ਸੰਗ ਸੰਗਤਾਂ ਸਿੱਖ ਸਮੁਦਾਇ, ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ। ਪਹੁੰਚੀ ਤਬ ਹੈ ਦਮਦਮੇ ਆਈ, ਸਾਰੇ ਦਮਦਮੇ ਤੇ ਆ ਇਕੱਠੇ ਹੋਏ ਨੇ। ਹੁਣ ਮਹਾਰਾਜ ਨੂੰ ਕਿਸ ਤਰ੍ਹਾਂ ਦਸਤਾਰਬੰਦੀ ਹੋਵੇਗੀ ਉਹ ਕਥਾ ਅੱਗੇ ਸਰਵਣ ਕਰਾਂਗੇ। ਹੇ ਗੋਬਿੰਦ, ਹੇ ਗੋਪਾਲ।